ਹੈਲੋ एवरीवन ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ। ਉਮੀਦ ਕਰਦਾ ਹਾਂ ਤੁਸੀਂ ਸਾਰੇ ਚੰਗੇ ਹੋਵੋਗੇ। ਚਲੋ ਜੀ ਅੱਜ ਅਸੀਂ ਇੱਕ ਐਸੇ ਮਾਮਲੇ ਦੀ ਗੱਲ ਕਰਾਂਗੇ ਜਿੱਥੇ ਕਿਸੇ ਕੰਪਨੀ ਤੋਂ ਪੈਸਾ ਰਿਕਵਰ ਕਰਨ ਵਾਸਤੇ ਪਹਿਲਾਂ ਵਾਈਂਡਿੰਗ ਅਪ ਪ੍ਰੋਸੀਡਿੰਗ ਸ਼ੁਰੂ ਕਰ ਦਿੱਤੀ, ਪਰ ਕੋਰਟ ਨੇ ਆਖ ਦਿੱਤਾ ਕਿ ਤੁਹਾਨੂੰ ਸਿਵਲ ਰਿਕਵਰੀ ਸੂਟ ਫਾਈਲ ਕਰਨਾ ਚਾਹੀਦਾ ਹੈ ਤਾਂ ਕਿ ਵਾਈਂਡਿੰਗ ਅਪ ਪ੍ਰੋਸੀਡਿੰਗ ਵਿੱਚ ਲਗਾ ਪੂਰਾ ਸਮਾਂ ਲਿਮਿਟੇਸ਼ਨ ਪੀਰੀਅਡ ਤੋਂ ਬਾਹਰ ਹੋ ਜਾਵੇਗਾ। ਅਯੋਧਿਆ ਇੱਕ ਮਾਮਲਾ ਮਾਨਯ ਸੁਪਰੀਮ ਕੋਰਟ ਦੇ ਸਮਕਸ਼ ਆਇਆ। ਇਸ ਮਾਮਲੇ ਵਿੱਚ ਲਗਭਗ 24.36 ਲੱਖ ਦੀ ਰਿਕਵਰੀ ਦਾ ਕਲੇਮ ਸੀ। ਰਿਕਵਰੀ ਦਾ ਆਧਾਰ ਪੁਰਾਣੇ ਅਨਪੇਡ ਇਨਵੋਇਸਿਸ ਸਨ। ਇਨ੍ਹਾਂ ਵਿੱਚ ਕੁਝ ਇਨਵੋਇਸਿਸ ਜਨਵਰੀ 2006 ਤੇ ਮਾਰਚ 2007 ਦੇ ਸਨ। ਇਸ ਦੇ ਬਾਅਦ ਰਿਸਪੋਂਡੈਂਟ ਨੇ ਫਰਵਰੀ 2009 ਵਿੱਚ ਵਾਈਂਡਿੰਗ ਅਪ ਪ੍ਰੋਸੀਡਿੰਗ ਸ਼ੁਰੂ ਕਰ ਦਿੱਤੀ, ਯਾਨੀ ਪਹਿਲਾਂ ਕੰਪਨੀ ਨੂੰ ਵਾਈਂਡ ਅਪ ਕਰਵਾਉਣ ਦੀ ਕਾਰਵਾਈ ਸ਼ੁਰੂ ਕੀਤੀ ਗਈ, ਪਰ ਕੰਪਨੀ ਨੇ ਕਲੇਮ ਡਿਸਪਿਊਟ ਕਰ ਦਿੱਤਾ। ਇਸ ਤੋਂ ਬਾਅਦ ਰਿਸਪੋਂਡੈਂਟ ਨੇ ਜੂਨ 2010 ਵਿੱਚ ਸਿਵਲ ਰਿਕਵਰੀ ਸੂਟ ਫਾਈਲ ਕਰ ਦਿੱਤਾ। ਮਾਨਯ ਸੁਪਰੀਮ ਕੋਰਟ ਦੇ ਕੋਲ ਸਭ ਤੋਂ ਵੱਡਾ ਸਵਾਲ ਸੀ ਕਿ ਰਿਸਪੋਂਡੈਂਟ ਦੀ ਤਰਫੋਂ ਆਰਗੂਮੈਂਟ ਸੀ ਮੈਨਾਂ ਪਹਿਲਾਂ ਵਾਈਂਡਿੰਗ ਅਪ ਪ੍ਰੋਸੀਡਿੰਗ ਵਿੱਚ ਆਪਣਾ ਪੈਸਾ ਰਿਕਵਰ ਕਰਨ ਦੀ ਕੋਸ਼ਿਸ਼ ਕੀਤੀ ਸੀ, ਇਸ ਕਰਕੇ ਉਸ ਪ੍ਰੋਸੀਡਿੰਗ ਵਿੱਚ ਲੱਗਾ ਸਮਾਂ ਸੈਕਸ਼ਨ 14 ਲਿਮਿਟੇਸ਼ਨ ਐਕਟ ਦੇ ਤਹਿਤ ਐਕਸਕਲੂਡ ਹੋਣਾ ਚਾਹੀਦਾ ਹੈ। ਪਰ ਮਾਨਯ ਸੁਪਰੀਮ ਕੋਰਟ ਦੇ ਸਾਹਮਣੇ ਸਵਾਲ ਸੀ ਕਿ ਵਾਈਂਡਿੰਗ ਅਪ ਪ੍ਰੋਸੀਡਿੰਗ ਤੇ ਰਿਕਵਰੀ ਸੂਟ ਸੈਕਸ਼ਨ 14 ਦੇ ਮਕਸਦ ਵਾਸਤੇ ਸੇਮ ਮੈਟਰ ਤੇ ਸੇਮ ਰਿਲੀਫ ਵਾਲੀ ਪ੍ਰੋਸੀਡਿੰਗ ਸਨ। ਅੱਗੇ ਮਾਨਯ ਸੁਪਰੀਮ ਕੋਰਟ ਨੇ ਸੈਕਸ਼ਨ 14 ਦਾ ਜ਼ਿਕਰ ਕਰਦੇ ਹੋਏ ਆਖਿਆ ਕਿ ਹੁਣ ਸੈਕਸ਼ਨ 14 ਨੂੰ ਆਸਾਨ ਭਾਸ਼ਾ ਵਿੱਚ ਕੁਝ ਸਰਗਰਮ ਤਰਾਂਸਿਤ ਵਿੱਚ ਉਸ ਸਮੇਂ ਨੂੰ ਲਿਮਿਟੇਸ਼ਨ ਪੀਰੀਅਡ ਤੋਂ ਐਕਸਕਲੂਡ ਕਰਨ ਦੀ ਇਜਾਜ਼ਤ ਦਿੰਦਾ ਹੈ ਜਦੋਂ ਕੋਈ ਵਿਅਕਤੀ ਗੁੱਡ ਫੇਥ ਤੇ ਡਿਊ ਡਿਲੀਜੈਂਸ ਨਾਲ ਕਿਸੇ ਕੋਰਟ ਵਿੱਚ ਪ੍ਰੋਸੀਡਿੰਗ ਕਰਦਾ ਹੈ, ਪਰ ਜੂਰੀਡਿਕਸ਼ਨਲ ਡਿਫੈਕਟ ਜਾਂ ਇਸ ਤਰ੍ਹਾਂ ਦੇ ਕਿਸੇ ਕਾਰਨ ਕਰਕੇ ਉਹਨੂੰ ਸੇਮ ਮੈਟਰ ਤੇ ਹੋਰ ਪ੍ਰੋਸੀਡਿੰਗ ਸ਼ੁਰੂ ਕਰਨ ਪਵੇ। ਪਰ ਇੱਕ ਗੱਲ ਬਹੁਤ ਇੰਪੋਰਟੈਂਟ ਹੈ, ਹਰ ਪ੍ਰੀਵੀਅਸ ਪ੍ਰੋਸੀਡਿੰਗ ਦਾ ਸਮੇਂ ਆਟੋਮੈਟਿਕਲੀ ਲਿਮਿਟੇਸ਼ਨ ਤੋਂ ਬਾਹਰ ਨਹੀਂ ਹੋ ਜਾਂਦਾ। ਅੱਗੇ ਮਾਨਯ ਸੁਪਰੀਮ ਕੋਰਟ ਨੇ ਆਖਿਆ ਕੋਰਟ ਨੇ ਮਾਮਲੇ ਦੀ ਨੇਚਰ ਤੇ ਦੋਵੇਂ ਪ੍ਰੋਸੀਡਿੰਗ ਦੇ ਪਰਪਸ ਨੂੰ ਵੇਖਿਆ। ਕੋਰਟ ਨੇ ਪਾਇਆ ਕਿ ਵਾਈਂਡਿੰਗ ਅਪ ਪ੍ਰੋਸੀਡਿੰਗ ਦਾ ਆਬਜੈਕਟ ਪਰਪਸ ਤੇ ਰਿਕਵਰੀ ਸੂਟ ਦੀ ਰਿਲੀਫ ਇੱਕੋ ਜਿਹੀ ਨਹੀਂ ਸੀ। ਵਾਈਂਡਿੰਗ ਅਪ ਪ੍ਰੋਸੀਡਿੰਗ ਦਾ ਮੁੱਖ ਉਦੇਸ਼ ਕੰਪਨੀ ਤੇ ਵਾਈਂਡਿੰਗ ਅਪ ਨਾਲ ਸੰਬੰਧੀ ਸੀ, ਪਰ ਸਿਵਲ ਰਿਕਵਰੀ ਸੂਟ ਦਾ ਸਿੱਧਾ ਉਦੇਸ਼ ਪੈਸੇ ਦੀ ਰਿਕਵਰੀ। ਇਸ ਕਰਕੇ ਸਿਰਫ ਇਹ ਕਹਿਣ ਨਾਲ ਕਿ ਪਹਿਲਾਂ ਵਾਈਂਡਿੰਗ ਅਪ ਪ੍ਰੋਸੀਡਿੰਗ ਚੱਲ ਰਹੀ ਸੀ ਉਹਦੇ ਵਿੱਚ ਲਗਾ ਪੂਰਾ ਸਮਾਂ ਸੈਕਸ਼ਨ 14 ਤੇ ਆਟੋਮੈਟਿਕਲੀ ਐਕਸਕਲੂਡ ਨਹੀਂ ਕੀਤਾ ਜਾ ਸਕਦਾ। ਅੱਗੇ ਮਾਨਯ ਸੁਪਰੀਮ ਕੋਰਟ ਨੇ ਇਸ ਤਰ੍ਹਾਂ ਵਿੱਚ ਯਸ਼ਵੰਤ ਦੋਰਿਆ ਦੇਸ਼ਮੁਖ ਵੇ ਵਾਲਚੰਦ ਰਾਮਚੰਦ ਕੋਠਾਰੀ ਦੇ ਪ੍ਰਿੰਸੀਪਲ ਨੂੰ ਵੀ ਕੰਸੀਡਰ ਕੀਤਾ। ਇਸ ਪ੍ਰਕਾਰ ਇਹਨੂੰ ਇੱਕ ਆਸਾਨ ਐਗਜ਼ਾਮਪਲ ਨੂੰ ਸਮਝਦੇ ਆ, ਜਿਵੇਂ ਮੰਨ ਲਓ ਕਿਸੇ ਦੇ 10 ਲੱਖ ਰੁਪਏ ਕਿਸੇ ਵਿਅਕਤੀ ਜਾਂ ਕੰਪਨੀ ਕੋਲ ਫਸੇ ਹੋਏ ਨੇ ਤੇ ਪਹਿਲਾਂ ਇਹੋ ਜਿਹੀ ਪ੍ਰੋਸੀਡਿੰਗ ਸ਼ੁਰੂ ਕਰਦੇ ਹੋ ਤੋਂ ਜਿਸ ਦਾ ਪ੍ਰਾਇਮਰੀ ਰਿਲੀਫ ਮਨੀ ਰਿਕਵਰੀ ਸੂਟ ਤੋਂ ਵੱਖਰਾ ਹੈ, ਬਾਅਦ ਵਿੱਚ ਮਨੀ ਰਿਕਵਰੀ ਸੂਟ ਫਾਈਲ ਕਰ ਦਿੰਦੇ ਹੋ। ਹੁਣ ਸਿਰਫ ਇਹ ਕਹਿਣ ਨਾਲ ਕਿ ਪਹਿਲਾ ਕੇਸ ਵਿੱਚ ਕਈ ਸਾਲ ਲੱਗੇ, ਇਸ ਕਰਕੇ ਉਹ ਪੂਰਾ ਸਮੇਂ ਲਿਮਿਟੇਸ਼ਨ ਤੋਂ ਨਿਕਾਲ ਦਿੱਤਾ ਜਾਵੇ, ਇਹ ਕਾਫੀ ਨਹੀਂ। ਕੋਰਟ ਵੇਖੇਗੀ ਦੋਵਾਂ ਪ੍ਰੋਸੀਡਿੰਗ ਦੀ ਰਿਲੀਫ ਕੀ ਸੀ, ਕਿ ਦੋਵਾਂ ਵਿੱਚ ਸੇਮ ਮੈਟਰ ਸੀ, ਕਿ ਪਹਿਲਾ ਪ੍ਰੋਸੀਡਿੰਗ ਵਿੱਚ ਉਹੀ ਰਿਲੀਫ ਇਫੈਕਟਿਵਲੀ ਪਰਸਿਊ ਕੀਤੀ ਜਾ ਰਹੀ ਸੀ ਤੇ ਸੈਕਸ਼ਨ 14 ਦੀ ਸਾਰੀ ਸਟੈਚੂਟਰੀ ਕੰਡੀਸ਼ਨਸ ਪੂਰੀ ਹੋ ਰਹੀ ਸੀ। ਅੱਗੇ ਇਹ ਵੀ ਯਾਦ ਰੱਖੋ, ਜੇ ਰੀਅਲ ਲਾਈਫ ਵਿੱਚ ਕਿਸੇ ਦਾ ਪੈਸਾ ਕਿਸੇ ਕੰਪਨੀ ਫਰਮ ਜਾਂ ਪਰਸਨ ਕੋਲ ਫਸਿਆ ਹੋਇਆ ਹੈ ਤਾਂ ਸਭ ਤੋਂ ਪਹਿਲਾਂ ਲਿਮਿਟੇਸ਼ਨ ਕੈਲਕੂਲੇਟ ਕਰੋ, ਚੈੱਕ ਕਰੋ ਕਾਜ਼ ਆਫ ਐਕਸ਼ਨ ਕਦੋਂ ਅਰਾਈਜ਼ ਹੋਇਆ। ਦੂਜਾ ਵੇਖੋ ਪੇਮੈਂਟ ਕਦੋਂ ਦਿਓ ਸੀ। ਤੀਜਾ ਵੇਖੋ ਲਿਮਿਟੇਸ਼ਨ ਕਦੋਂ ਸਟਾਰਟ ਹੋਈ। ਫਿਰ ਵੇਖੋ ਐਕਨੋਲੇਜਮੈਂਟ ਕਿ ਕੋਈ ਵੈਲਿਡ ਐਕਨੋਲੇਜਮੈਂਟ ਮੌਜੂਦ ਹੈ ਨਾ। ਫਿਰ ਵੇਖਣਾ ਚਾਹੀਦਾ ਹੈ ਪਾਰਟ ਪੇਮੈਂਟ ਕਿ ਕੋਈ ਲੀਗਲੀ ਰਿਲੇਵੈਂਟ ਪਾਰਟ ਪੇਮੈਂਟ ਹੋਈ ਹੈ। ਤੇ ਸਭ ਤੋਂ ਇੰਪੋਰਟੈਂਟ ਸਿਰਫ ਕੋਈ ਕੇਸ ਫਾਈਲ ਕਰਨ ਦੇ ਨਾਲ ਲਿਮਿਟੇਸ਼ਨ ਆਟੋਮੈਟਿਕਲੀ ਸਟਾਪ ਨਹੀਂ ਹੁੰਦੀ। ਹਰ ਪ੍ਰੀਵੀਅਸ ਪ੍ਰੋਸੀਡਿੰਗ ਸੈਕਸ਼ਨ 14 ਦਾ ਬੈਨੀਫਿਟ ਨਹੀਂ ਲੈ ਸਕਦੀ। ਇਸ ਪ੍ਰਕਾਰ ਇਹ ਵੀ ਯਾਦ ਰੱਖੋ, ਐਵਰੀ ਪ੍ਰੀਵੀਅਸ ਲੀਗਲ ਪ੍ਰੋਸੀਡਿੰਗ ਡਜ਼ ਨੋਟ ਆਟੋਮੈਟਿਕਲੀ ਸੇਵ ਲਿਮਿਟੇਸ਼ਨ। ਮਤਲਬ ਹਰ ਪੁਰਾਣਾ ਕੇਸ ਲਿਮਿਟੇਸ਼ਨ ਨੂੰ ਆਟੋਮੈਟਿਕਲੀ ਸੇਵ ਨਹੀਂ ਕਰਦਾ। ਕੋਰਟ ਇਹ ਦੇਖੇਗੀ ਕਿ ਸੈਕਸ਼ਨ 14 ਦੀ ਕੰਡੀਸ਼ਨ ਵਾਸਤਵ ਵਿੱਚ ਪੂਰੀ ਹੋਈਆਂ ਨੇ ਜਾਂ ਨਹੀਂ। ਇਸ ਕਰਕੇ ਲੀਗਲ ਡਿਸਪਿਊਟ ਵਿੱਚ ਇੱਕ ਗੱਲ ਹਮੇਸ਼ਾ ਯਾਦ ਰੱਖੋ, ਰਾਈਟ ਹੈ ਤਾਂ ਰੈਮੇਡੀ ਵੀ ਸਮੇਂ 'ਤੇ ਚੁਣੋ।